ਅਸੀਂ ਇਹ ਨਾ ਕਹੀਏ ਕਿ ਆਰਐਸਐਸ ਦੇ ਬੰਦੇ ਆ, ਅਸੀਂ ਇਹ ਨਾ ਕਹੀਏ ਕਿ ਬੀਜੇਪੀ ਨੇ ਕੀ ਆ ਵਿੱਚ ਵਾੜੇ ਹੋਏ ਆ। ਉਹ ਸਾਡਾ ਪੰਜਾਬ ਦਾ ਯੂਥ ਆ। ਜਿਹੜਾ ਬੰਦਾ ਗਲਤ ਬੋਲਦਾ ਤੁਸੀਂ ਉਹਦੇ ਕਮੈਂਟ ਕਰ ਸਕਦੇ ਹੋ। ਜੇਕਰ ਤੁਸੀਂ ਮੀਡੀਆ ਤੇ ਕਰੋਗੇ ਤਾਂ ਮੀਡੀਆ ਸੱਚਾਈ ਦਿਖਾਉਣ ਤੋਂ ਫਿਰ ਕਿਤੇ ਨਾ ਕਿਤੇ ਪਾਸੇ ਵੱਲ ਜਾਊ। ਅੱਜ ਜੇ ਜਥੇਬੰਦੀਆਂ ਇਕੱਠੀਆਂ ਨੇ ਬਾਈ ਜੀ, ਇਹ ਲੋਕਾਂ ਦੇ ਏਕੇ ਕਰਕੇ ਇਕੱਠੀਆਂ ਨੇ। ਜੇ ਲੋਕ ਇਕੱਠੇ ਆ ਤਾਂ ਇਕੱਠੀਆਂ ਨੇ, ਨਹੀਂ ਨਿੱਜੀ ਮਫਾਦਾ ਕਰਕੇ ਅੱਜ ਨੂੰ ਖਿੰਡ ਜਾਂਦੀਆਂ। ਕਿ ਪਿੰਡ ਦੇ ਬਾਦਲ ਕੈਪਟਨ ਮਾਰ ਕੇ ਅਸੀਂ ਬਾਦਲ ਕੈਪਟਨ ਵੀ ਮਾਰ ਸਕਦੇ ਆ, ਤੇ ਮੋਦੀ ਵਾਸਤੇ ਸਾਨੂੰ ਪਿੰਡ ਦੀ ਕੀ ਆ, ਸਾਡੇ ਪੰਜਾਬ 'ਚੋਂ ਬੀਜੇਪੀ ਦੀਆਂ ਜੜ੍ਹਾਂ ਪੱਟਣੀਆਂ ਪੈਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਐਜੀਟੇਸ਼ਨ ਚੱਲ ਰਹੀ ਆ, ਪਰ ਇਹ ਲੋਕਾਂ ਨੂੰ ਅਹਿਸਾਸ ਹੋਣ ਲੱਗ ਗਿਆ ਵੀ ਐਜੀਟੇਸ਼ਨ ਬੜੀ ਲੰਬੀ ਚੱਲਣੀ ਆ। ਸਾਨੂੰ ਲੰਬੇ ਚੱਲਣ ਨਾਲ ਨਹੀਂ, ਸਾਨੂੰ ਘੱਟ ਚੱਲਣ ਨਾਲ ਨਹੀਂ, ਬਹੁਤ ਚੱਲਣ ਨਾਲ ਨਹੀਂ। ਸਾਨੂੰ ਇਹਦੇ ਤੱਕ ਮਤਲਬ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਗਾ, ਕਿਰਤੀਆਂ ਨੂੰ, ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਾ। ਪਰ ਐਜੀਟੇਸ਼ਨ ਦੇ ਵਿੱਚ ਬੜੇ ਬਿਆਨ ਆ ਰਹੇ ਨੇ। ਕਈ ਅਜਿਹੇ ਲੋਕ ਨੇ ਜੋ ਦਿੱਲੀ ਦੇ ਅੰਦਰ ਫਸੇ ਹੋਏ ਨੇ, ਜਿਨ੍ਹਾਂ ਦੀਆਂ ਟਰਾਲੀਆਂ ਅੰਦਰ ਇੱਕ ਗਰਾਊਂਡ ਦੇ ਵਿੱਚ ਪਹਿਲਾਂ ਭੇਜੀਆਂ ਗਈਆਂ। ਇਹਦੇ ਬਾਰੇ ਵੀ ਬੜੀਆਂ ਗੱਲਾਂ ਉੱਠ ਰਹੀਆਂ ਗੀਆਂ ਵੀ ਉਹਨਾਂ ਬਾਰੇ ਨਹੀਂ ਕੋਈ ਬੋਲ ਰਿਹਾ। ਹੋਰ ਵੀ ਬੜੇ ਮਸਲੇ ਨੇ। ਕਈ ਆਗੂਆਂ ਨੂੰ ਸਟੇਜ ਦੇ ਉੱਤੇ ਨਹੀਂ ਬੋਲਣ ਦਿੱਤਾ ਜਾ ਰਿਹਾ। ਬਹੁਤ ਸਾਰੀਆਂ ਗੱਲਾਂ ਗੀਆਂ। ਕਈ ਮੀਡੀਆ ਤੇ ਵੀ ਪ੍ਰਸ਼ਨ ਖੜੇ ਕਰ ਰਹੇ ਨੇ, ਸਾਡੇ ਤੇ ਵੀ ਪ੍ਰਸ਼ਨ ਕਈ ਖੜੇ ਕਰ ਰਹੇ ਨੇ ਵੀ ਆਪਦਾ ਰੋਲ ਸਹੀ ਨਹੀਂ ਨਿਭਾ ਰਹੇ। ਬੜਾ ਕੁਛ ਆ। ਸਾਡੇ ਨਾਲ ਮੌਜੂਦ ਆ ਬਾਈ ਰੁਪਿੰਦਰਜੀਤ ਸਿੰਘ ਬਠਿੰਡੇ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਬਾਈ, ਪਹਿਲਾ ਪ੍ਰਸ਼ਨ ਤਾਂ ਇਹੀ ਆ, ਸਟੇਜ ਲੱਗੀ ਹੋਈ ਆ ਪੰਜਾਬ ਦੇ ਵਿੱਚ ਵੀ, ਸਟੇਜਾਂ ਲੱਗੀਆਂ ਗਈਆਂ, ਵੱਖੋ ਵੱਖ ਸਟੇਜਾਂ ਚੱਲਦੀਆਂ ਆ ਰਹੀਆਂ ਸੀਗੀਆਂ ਜ਼ਿਲ੍ਹਿਆਂ ਦੇ ਵਿੱਚ, ਟੋਲ ਪਲਾਜ਼ਿਆਂ ਦੇ ਵਿੱਚ। ਇੱਥੇ ਵੀ 2-3 ਸਟੇਜਾਂ ਲੱਗੀਆਂ ਗਈਆਂ ਜੀ। ਤੁਹਾਨੂੰ ਕੀ ਲੱਗਦਾ ਗਾ ਵਾ? ਕਈ ਇਹੋ ਜਿਹੇ ਬਿਆਨ ਆ ਰਹੇ ਆ ਵੀ ਆਹ ਬੰਦੇ ਨੂੰ ਨਹੀਂ ਬੋਲਣ ਦਿੱਤਾ ਜਾਊਗਾ, ਇਹਨੂੰ ਬੋਲਣ ਦਿੱਤਾ ਜਾਊਗਾ। ਤੁਹਾਨੂੰ ਲੱਗਦਾ ਨਹੀਂ ਵੀ ਸਾਨੂੰ ਇਹ ਚੀਜ਼ਾਂ ਪੰਜਾਬ ਜਾ ਕੇ ਸੋਲਵ ਕਰਨੀਆਂ ਚਾਹੀਦੀਆਂ? ਇੱਥੇ ਨਹੀਂ, ਇੱਥੇ ਆਪਾਂ ਨੂੰ ਏਕੇ ਦਾ ਦਿਖਾਉਣਾ ਚਾਹੀਦਾ ਗਾ। ਮੈਂ ਤੁਹਾਡੀ ਗੱਲ ਨਾਲ ਬਾਈ ਜੀ ਪੂਰੀ ਤਰ੍ਹਾਂ ਸਹਿਮਤ ਹਾਂ। ਦੇਖੋ, ਏਕੇ ਬਿਨਾਂ ਕੋਈ ਜੰਗ ਨਹੀਂ ਜਿੱਤੀ ਜਾਂਦੀ, ਕਿਉਂਕਿ ਗੁਰਬਾਣੀ ਵੀ ਕਹਿੰਦੀ ਆ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਅਸੀਂ ਜਿਹੜੀ ਦੁਬਿਧਾ 'ਚ ਫਸੇ ਆ, ਚੋਂ ਨਿਕਲਣ ਵਾਸਤੇ ਸਾਨੂੰ ਸਾਰਿਆਂ ਨੂੰ ਇਕਤਾ ਹੋਣਾ ਪਊ। ਹੁਣ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਜਦੋਂ ਇੱਥੇ ਵਿਚਰ ਰਹੇ ਆ ਲੰਮੇ ਸਮੇਂ ਤੋਂ, ਤਾਂ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ 31 ਜਥੇਬੰਦੀਆਂ ਕਹਿਣ ਨੂੰ ਇਕੱਠੀਆਂ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਕੀ ਆ, ਨਿੱਜੀ ਮਫਾਦ ਵਿੱਚ ਕੀ ਆ, ਫਸ ਰਹੇ ਆ। ਠੀਕ ਹੈ ਨਾ। ਕਈ ਜਥੇਬੰਦੀਆਂ ਅਲੱਗ ਤੋਂ ਮਾ ਕੇ ਆਪਣੀਆਂ ਸਟੇਜਾਂ ਲਾ ਰਹੀਆਂ ਨੇ। ਮੈਂ ਕਹਿੰਦਾ ਸਟੇਜ ਇੱਕ ਹੋਣੀ ਚਾਹੀਦੀ ਆ। ਮੈਂ ਨਹੀਂ ਕਹਿੰਦਾ, ਮੈਂ ਇੱਕ ਨਿਮਾਣੀ ਜੀ ਆਪਦੀ ਸੋਚ ਨਾਲ ਇੱਕ ਗੱਲ ਜ਼ਰੂਰ ਕਹਿਣਾ ਕਿ ਜਥੇਬੰਦੀਆਂ ਨੂੰ ਇੱਥੇ ਆ ਕੇ ਲਗਭਗ ਕੀ ਆ, ਝੰਡਾ ਇੱਕ ਕਰ ਲੈਣਾ ਚਾਹੀਦਾ ਸੀ। ਇਹਨਾਂ ਨੂੰ ਇੱਕ ਕਾਲੇ ਝੰਡੇ ਲੈ ਕੇ, ਜਿਹੜੇ ਵਿਰੋਧ ਦਾ ਝੰਡਾ ਲੈ ਕੇ ਉਹਦੇ ਥੱਲੇ ਇਕੱਠੇ ਹੁੰਦੇ, ਤਾਂ ਸ਼ਾਇਦ ਇਹਦੇ ਨਿੱਜੀ ਮਫਾਦ ਕੀ ਆ, ਕਿਤੇ ਨਾ ਕਿਤੇ ਆਪਣੇ ਆਪ ਹੀ ਪਾਸੇ ਹਟ ਜਾਂਦੇ। ਅੱਜ ਕਿਤੇ ਨਾ ਕਿਤੇ ਦੇਖੋ, ਇਹ ਜਿਹੜੀ ਲੜਾਈ ਬਾਈ ਜੀ ਚੱਲ ਰਹੀ ਆ, ਇਹ ਲੜਾਈ ਮੈਂ ਮੰਨਦਾ ਵੀ ਜਿੱਤੀ ਜਾ ਚੁੱਕੀ ਆ। ਦੇਖੋ, ਬਿੱਲ ਵਾਪਸ ਹੋਣਗੇ, ਉਹਦੇ ਲਈ ਲੋਕਾਂ ਦਾ ਜਾਗਣਾ ਬਹੁਤ ਜ਼ਰੂਰੀ ਸੀ, ਕਿਉਂਕਿ ਪੰਜਾਬ 70 ਸਾਲਾਂ ਤੋਂ ਲੁੱਟਿਆ ਜਾ ਰਿਹਾ ਸੀ। ਉਹਦੇ ਵਾਸਤੇ ਪੰਜਾਬ ਅੱਜ ਤੱਕ ਉੱਠ ਕੇ ਨਹੀਂ ਖੜਾ ਹੋਇਆ। ਅੱਜ ਪਹਿਲੀ ਵਾਰੀ ਪੰਜਾਬ ਉੱਠ ਕੇ ਖੜਾ ਹੋਇਆ। ਦਿਲ ਨੂੰ ਬੜੀ ਖੁਸ਼ੀ ਹੋਈ ਆ। ਅਸੀਂ ਨਹੀਂ, ਸਾਡੇ ਬਜ਼ੁਰਗ ਵੀ ਕਹਿੰਦੇ ਆ ਇਹ ਗੱਲਾਂ ਕਿ ਇਹ ਜਿਹੜੀ ਮੱਕ ਅੰਦੋਲਨ ਅੱਜ ਹੋਇਆ, ਇਹ 70 ਸਾਲਾਂ 'ਚ ਨਹੀਂ ਹੋਇਆ। ਅੱਜ ਲੋਕ ਇਕੱਠੇ ਹੋਏ ਆ, ਠੀਕ ਹੈ, ਪਰ ਲੋਕਾਂ ਨੂੰ ਸੰਭਾਲਣਾ ਵੀ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਆ। ਮੈਂ ਕਹਿਣਾ ਵੀ ਇੱਕ ਜੰਗ ਜਿੱਤੀ ਜਾ ਚੁੱਕੀ ਆ। ਬਿੱਲ ਵਾਪਸ ਹੋਣਗੇ, ਠੀਕ ਹੈ, ਪਰ ਉਸ ਤੋਂ ਬਾਅਦ ਵੀ ਇੱਕ ਹੋਰ ਲੜਾਈ ਲੜਨੀ ਪੈਣੀ ਹੈ, ਜਿਹੜੀ ਇਸ ਤੋਂ ਵੀ ਵੱਡੀ ਲੜਾਈ ਹੈ, ਜਿਹੜੀ ਸਾਨੂੰ ਕੀ ਆ, ਬੁੱਕਲ ਦੇ ਸੱਪ ਨਾਲ ਲੜਨੀ ਪੈਣੀ ਹੈ, ਜਿਹੜੇ ਸਾਡੀ ਬੁੱਕਲ 'ਚ ਬੈਠੇ ਆ। ਅਸੀਂ ਗੱਲ ਕਰਦੇ ਹਾਂ ਸਾਡੀ ਸਟੇਟ ਸਰਕਾਰਾਂ ਦੀ। ਬਿੱਲ ਜੇ ਵਾਪਸ ਨਾ ਹੁੰਦੇ ਬਾਈ ਜੀ, ਫਿਰ ਵੀ ਸਾਨੂੰ ਉਹ ਜੰਗ ਲੜਨੀ ਪੈਣੀ ਸੀ, ਤੇ ਅੱਜ ਵੀ ਉਹ ਜੰਗ ਲੜਨੀ ਪਊ। ਬਿੱਲ ਵਾਪਸ ਕਰਾ ਕੇ ਜਦੋਂ ਅਸੀਂ ਮੁੜਾਂਗੇ ਤਾਂ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਸਰਕਾਰ ਨੇ ਕਣਕ ਤੇ ਝੋਨਾ ਨਹੀਂ ਖਰੀਦਣਾ। ਬੇਸ਼ੱਕ ਬਿੱਲ ਵਾਪਸ ਕੀ ਆ, ਬਿੱਲ ਹੁਣ ਵਾਪਸ ਹੋਣਗੇ, ਜੇ ਨਾ ਹੁੰਦੇ ਬਾਈ ਜੀ ਫਿਰ ਵੀ ਨਹੀਂ ਖਰੀਦਣਾ ਸੀ। ਉਹਦਾ ਮੈਂ ਕਾਰਨ ਜ਼ਰੂਰ ਦੱਸਣਾ ਚਾਹਣਾ, ਕਿਉਂਕਿ ਮੈਂ ਇੱਕ ਡਿਪਾਰਟਮੈਂਟ 'ਚ ਕੰਮ ਕਰਦਾ ਜਿਹੜਾ ਕਿ ਕੀ ਆ, ਖਰੀਦ ਨਾਲ ਸੰਬੰਧ ਰੱਖਦਾ। ਮੈਂ ਫੂਡ ਸਪਲਾਈ 'ਚ ਕੰਮ ਕਰਦਾ। ਅਸੀਂ ਕਣਕ ਦੀ ਖਰੀਦ ਕਰਦੇ ਆ। ਸਰਕਾਰ ਇੱਕ ਪੀਡੀਐਸ ਸਿਸਟਮ ਚਲਾਉਂਦੀ ਆ ਪੂਰੇ ਭਾਰਤ ਦੇ ਵਿੱਚ, ਜਿਹਦੇ ਵਿੱਚ ਕੀ ਆ, ਅਨਾਜ ਦੀ ਖਰੀਦ ਕੀਤੀ ਜਾਂਦੀ ਆ ਲੋਕਾਂ 'ਚ ਵੰਡਣ ਵਾਸਤੇ, ਜਿਹਦੇ ਸਿਰ ਤੇ ਫਿਰ ਵੋਟਾਂ ਲਈਆਂ ਜਾਂਦੀਆਂ। ਅਸੀਂ ਸਾਰੀ ਜਾਣਦੇ ਆ, ਜਿਵੇਂ ਆਟਾ ਦਾਲ ਕਾਰਡ ਬਾਦਲ ਦੇ ਨਾਂ ਤੇ ਚੱਲੇ, ਇਹ ਚੀਜ਼ਾਂ ਸੀ। ਉਹਨਾਂ ਵਾਸਤੇ ਇਹਨਾਂ ਨੂੰ ਗੋਦਾਮਾਂ ਦੇ ਵਿੱਚ ਕੀ ਆ, ਖਰੀਦ ਕੇ ਚੌਲ ਤੇ ਕੀ ਆ, ਕਣਕ ਸਟੋਰ ਕੀਤੀ ਜਾਂਦੀ ਆ। ਪਰ ਹੁਣ ਕੀ ਹੋ ਰਿਹਾ, ਅਸੀਂ ਕਣਕ ਵੰਡਦੇ ਆ, ਮੈਂ ਖੁਦ ਪਿੰਡਾਂ ਜਾ ਕੇ ਵੰਡਦਾ, 2 ਰੁਪਏ ਕਿਲੋ ਕਣਕ ਦਿੱਤੀ ਜਾਂਦੀ ਆ, ਤੇ ਨਾਲ ਦੀ ਨਾਲ ਦੁਕਾਨਾਂ ਤੇ ਆ ਕੇ 10 ਰੁਪਏ ਨੂੰ ਵੇਚੀ ਜਾਂਦੀ ਆ। ਕਿਉਂਕਿ ਪੰਜਾਬ ਕੀ ਆ, ਖੇਤੀ ਪ੍ਰਧਾਨ ਸੂਬਾ, ਸਾਡੇ ਕੋਲੇ ਕਣਕ ਦੀ ਕੋਈ ਕਮੀ ਨਹੀਂ ਹੁੰਦੀ, ਨਾ ਸਾਡੇ ਮਜ਼ਦੂਰਾਂ ਕੋਲੇ ਕਮੀ ਹੁੰਦੀ ਆ। ਜਦੋਂ ਵਿਕਣ ਵਾਸਤੇ ਆ ਜਾਂਦੀ ਆ ਤਾਂ ਸਰਕਾਰਾਂ ਇੱਕ ਅਸੈਸਮੈਂਟ ਲਾ ਚੁੱਕੀਆਂ ਨੇ ਕਿ ਸਾਨੂੰ 20 ਰੁਪਏ ਕਿਲੋ ਕਣਕ ਪੈਂਦੀ ਆ, 10 ਰੁਪਏ ਸਾਡਾ ਸਾਂਭ ਸੰਭਾਲ ਦਾ ਖਰਚਾ, ਤਾਂ 30 ਰੁਪਏ ਖਰਚ ਸਾਡਾ ਹੋ ਰਿਹਾ। ਠੀਕ ਹੈ, ਸਰਕਾਰ ਜਦੋਂ ਕੀ ਆ, ਲੋਕ 10 ਰੁਪਏ 'ਚ ਵੇਚ ਜਾਂਦਾ, ਤਾਂ ਸਰਕਾਰ ਕੀ ਇੱਕ ਨਵੀਂ ਨੀਤੀ ਲੈ ਕੇ ਆ ਰਹੀ ਆ ਕਿ ਲੋਕਾਂ ਦੇ ਖਾਤੇ 'ਚ ਸਿੱਧੀ ਕੈਸ਼ ਸਬਸਿਡੀ ਪਾਈ ਜਾਵੇ, ਜਾਂ ਕੈਸ਼ ਕੀ ਉਹਨਾਂ ਨੂੰ ਕੀ ਆ, ਸਹੂਲਤ ਦਿੱਤੀ ਜਾਵੇ। ਜੇ ਮੈਂ ਕਹਿਣਾ ਸਰਕਾਰ 15 ਰੁਪਏ ਵੀ ਕਿਲੋ ਦੇ ਹਿਸਾਬ ਨਾਲ ਸਰਕਾਰ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਂਦੀ ਆ, ਤਾਂ ਲੋਕ ਵੀ ਖੁਸ਼ ਨੇ। ਇਹਨਾਂ ਨੇ ਵੋਟਾਂ ਲੈਣੀਆਂ ਨੇ, ਤੇ ਪੈਸੇ ਦੀ ਕੀ ਆ, ਪੈਸੇ ਨਾਲ ਵੋਟਾਂ ਖਰੀਦੀਆਂ ਹੀ ਜਾਣਗੀਆਂ। ਉਹ ਪੈਸੇ ਨਾਲ ਤਾਂ ਜਦੋਂ ਇਹਨਾਂ ਨੂੰ ਖਰੀਦ ਦੀ ਲੋੜ ਹੀ ਨਾ ਰਹੀ
ਤਾਂ ਮੈਨੂੰ ਇਹ ਦੱਸੋ ਅਸੀਂ MSP ਬਣਾਵਾਂਗੇ, ਜਿੱਤ ਕੇ ਜਾਵਾਂਗੇ, ਪਰ ਉਸ ਤੋਂ ਬਾਅਦ ਜੇ ਸਾਡੀ ਖਰੀਦ ਨਹੀਂ ਕਰਦੀ ਫਸਲ ਤਾਂ ਉਹਦੇ ਵਾਸਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਇੱਕ ਨੀਤੀ ਘੜਨੀ ਪੈਣੀ ਆ, ਜਿਹਦੇ ਵਾਸਤੇ ਲੋਕ ਅਧਿਕਾਰ ਲਹਿਰ ਪਿਛਲੇ 2 ਸਾਲ ਪਹਿਲਾਂ ਵੀ ਇੱਕ ਮੀਟਿੰਗ ਕਰ ਚੁੱਕੀ ਸੀ। ਅਸੀਂ ਇਹੋ ਆਖਿਆ ਸੀ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ, ਸਾਡੀ ਕੋਈ ਖੇਤੀ ਨੀਤੀ ਹੈ ਨਹੀਂ, ਸਾਨੂੰ ਇੱਕ ਖੇਤੀ ਨੀਤੀ ਘੜਨੀ ਪਊ, ਸਰਕਾਰਾਂ ਨਹੀਂ ਘੜਦੀਆਂ। ਸਾਨੂੰ ਕੀ ਆ, ਕੈਪਟਨ ਤੋਂ ਕੀ ਆ, ਵੱਖ ਹੋ ਕੇ ਹੀ ਕਿਸਾਨ ਜਥੇਬੰਦੀਆਂ ਸਿਰ ਜੋੜ ਕੇ ਇੱਕ ਨੀਤੀ ਘੜਦੇ, ਕੈਪਟਨ ਦੇ ਗਲ 'ਚ ਗੂਠਾ ਦੇ ਕੇ ਉਹ ਨੀਤੀ ਲਾਗੂ ਕਰਵਾਉਣ। ਉਹ ਸਾਡੀ ਕੀ ਆ, ਖੇਤੀ ਵਿਭਿੰਨਤਾ ਦੀ ਨੀਤੀ ਹੋਊਗੀ। ਉਹ ਨੀਤੀ ਵਾਸਤੇ ਸਾਰਿਆਂ ਨੂੰ ਸਿਰ ਜੋੜਨੇ ਪੈਣਗੇ, ਜਿਹਦੇ ਵਾਸਤੇ ਅਸੀਂ 2 ਸਾਲ ਤੋਂ ਵੀ ਕੀ ਆ ਕੋਸ਼ਿਸ਼ ਕਰ ਰਹੇ ਸੀ। ਪਰ ਮੈਂ ਕਹਿਣਾ ਕੁਦਰਤ ਨੇ ਹਾਲਾਤ ਇਹੋ ਜਿਹੇ ਬਣਾਏ ਆ, ਹੁਣ ਕੁਦਰਤ ਨੇ ਕਰੋਨਾ ਲੈ ਕੇ ਆਂਦਾ। ਹਾਲਾਂਕਿ ਸਮਝਣ ਦੀ ਲੋੜ ਆ, ਕਰੋਨਾ ਵੀ ਕਿਤੇ ਨਾ ਕਿਤੇ ਕੀ ਆ ਪਲਾਂਟਡ ਆ, ਪਰ ਕਰੋਨਾ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਸਿਆਸੀ ਬੰਦਿਆਂ ਦਾ ਇੱਕ ਕੀੜਾ ਕੱਢਤਾ। ਲੋਕਾਂ ਨੂੰ ਪਤਾ ਲੱਗ ਗਿਆ ਭਾਈਚਾਰਾ ਕੰਮ ਆਉਂਦਾ, ਕੋਈ ਲੀਡਰ ਕੰਮ ਨਹੀਂ ਆਉਂਦਾ। ਉਸ ਤੋਂ ਬਾਅਦ ਆ ਬਿੱਲ ਆ ਗਏ ਤਾਂ ਲੋਕਾਂ 'ਚ ਨਫ਼ਰਤ ਪੈਦਾ ਹੋ ਗਈ। ਅੱਜ ਪੰਜਾਬ ਪਹਿਲੀ ਵਾਰੀ ਉੱਠ ਕੇ ਖੜਾ ਹੋਇਆ ਤੇ ਇਸ ਕੀ ਆ, ਇਹਨੂੰ ਸਾਂਭਣ ਦੀ ਲੋੜ ਆ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ, ਜਿੰਨੇ ਇੱਥੇ ਲੋਕ ਬੈਠੇ ਆ, ਲਗਭਗ ਜਿਵੇਂ ਬਗਰਾੜੀ ਮੋਰਚਾ ਲੱਗਿਆ ਸੀ ਬਾਈ ਜੀ, ਹਾਲਾਤ ਉਹ ਬਣ ਚੁੱਕੇ ਆ। ਹੁਣ ਲੋਕ ਕੀ ਆ, ਆਪ ਮੁਹਾਰੇ ਇੱਥੇ ਆ ਰਹੇ ਆ, ਕੋਈ ਜਥੇਬੰਦੀ ਨਾਲ ਜੁੜ ਕੇ ਨਹੀਂ ਆ ਰਹੇ। ਮੈਂ ਕਹਿੰਦਾ 10 ਤੋਂ ਲੈ ਕੇ 20% ਤੱਕ ਹੱਦ ਤੁਸੀਂ ਕਹਿ ਦਿਓ ਜਥੇਬੰਦੀ ਨਾਲ ਜੁੜੇ ਲੋਕ ਆ, ਬਾਕੀ ਲੋਕ ਆਪ ਮੁਹਾਰੇ ਇੱਕ ਜਜ਼ਬਾ ਲੈ ਕੇ ਆਏ ਆ। ਉਸ ਜਜ਼ਬੇ ਨੂੰ ਸਾਂਭਣ ਦੀ ਲੋੜ ਆ। ਅਸੀਂ ਇਹ ਨਾ ਕਹੀਏ ਕਿ RSS ਦੇ ਬੰਦੇ ਆ, ਅਸੀਂ ਇਹ ਨਾ ਕਹੀਏ ਕਿ BJP ਨੇ ਕੀ ਆ ਵਿੱਚ ਵਾੜੇ ਹੋਏ ਆ। ਉਹ ਸਾਡਾ ਪੰਜਾਬ ਦਾ ਯੂਥ ਆ, ਉਹ ਭੜਕਿਆ ਕਿਉਂ ਆ? ਸਾਡੇ 'ਚ ਅੱਜ ਇਕੱਲਾ ਬਿੱਲਾਂ ਦਾ ਗੁੱਸਾ ਨਹੀਂ, ਸਾਨੂੰ ਪਤਾ ਕਿ ਕੀ ਆ, ਜੰਮੂ ਕਸ਼ਮੀਰ ਵਾਂਗੂ ਸਾਡੀ ਪੁੜਪੜੀ ਤੇ ਗੰਨ ਰੱਖ ਕੇ ਸਾਤੋਂ ਕੱਲ ਨੂੰ ਵੋਟਾਂ ਵੀ ਲੈ ਸਕਦੀ ਆ ਸਰਕਾਰ। ਜਿਹੜੀ ਸਰਕਾਰ ਨੂੰ ਅੱਜ ਹੋਂਦ ਦਿਖਾ ਚੁੱਕੇ ਆ ਪੰਜਾਬ ਦੇ ਨੌਜਵਾਨ, ਸਰਕਾਰ ਕਿਤੇ ਨਾ ਕਿਤੇ ਹਿੱਲੀ ਆ। ਤੇ ਸਰਕਾਰ ਗਾਹਾਂ ਨੂੰ ਜਿਹੜਾ ਕਿ ਇੱਕ ਵਾਢਾ ਲਾਉਣ ਨੂੰ ਫਿਰਦੀ ਆ ਪੰਜਾਬ ਨੂੰ, ਜਿਵੇਂ ਕਿ ਕੀ ਆ ਬੈਕਐਂਡ ਤੋਂ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਪੰਜਾਬ ਨੂੰ ਹੋਰ ਵੱਢ ਦਿੱਤਾ ਜਾਵੇ, ਛੋਟਾ ਕਰ ਦਿੱਤਾ ਜਾਵੇ। ਉਹਦੇ ਵਾਸਤੇ ਹੁਣ ਸਰਕਾਰ ਬਹੁਤ ਸੋਚੂਗੀ। ਜਿਹੜੀ ਇਹ ਅੰਦੋਲਨ ਹੋਇਆ, ਇਹ ਲਗਭਗ ਸਰਕਾਰ ਨੂੰ ਵੀ 20-25 ਸਾਲ ਬੈਕਫੁੱਟ ਤੇ ਧੱਕੂਗੀ। ਇਹ ਬੜੀ ਖੁਸ਼ੀ ਹੁੰਦੀ ਆ, ਭਰਾ ਇੱਥੇ ਬੈਠੇ ਆ। ਅਸੀਂ ਕੀ ਆ, ਪਹਿਲਾਂ ਜਦੋਂ ਪਹੁੰਚੇ ਆ ਉਦੋਂ ਵੀ 2-3 ਦਿਨ ਇੱਥੇ ਲਾਇਆ, ਤੇ ਹੁਣ ਅਸੀਂ ਕੀ ਆ ਕੱਲ੍ਹ ਤੋਂ ਪਹੁੰਚੇ ਹੋਏ ਆ। ਦੇਖ ਕੇ ਬੜਾ ਜੋਸ਼ ਆ ਰਿਹਾ, ਆਪ ਦੇ ਵਿੱਚ ਵੀ ਕਿਸਾਨ ਵੀ ਉੱਠੇ ਆ ਤੇ ਨਾਲ ਨੌਜਵਾਨ ਪਹਿਲੀ ਵਾਰ ਉੱਠੇ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਨਸ਼ੇੜੀ ਸਾਡਾ ਕੀ ਆ ਨੌਜਵਾਨ ਹੋ ਚੁੱਕਿਆ। ਪਰ ਇੱਥੇ ਮੈਨੂੰ ਕੋਈ ਨਸ਼ੇੜੀ ਨਹੀਂ ਦਿਸਿਆ, ਸਾਰੇ ਨੌਜਵਾਨ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ। ਤੇ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ, ਮੈਂ ਸਾਰੇ ਦਰਸ਼ਕਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਮੀਡੀਆ ਆਪਦਾ ਪਾਰਸ਼ਲ ਹੋ ਕੇ ਜੇ ਰੋਲ ਪਲੇ ਕਰਦਾ ਤਾਂ ਉਹਨਾਂ ਵਾਸਤੇ ਤੁਹਾਨੂੰ ਵੀ ਲੋੜ ਆ ਹਾਜ਼ਮਾ ਰੱਖੋ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਿਸੇ ਬੰਦੇ ਦੀ ਇੰਟਰਵਿਊ ਕੀਤੀ, ਜਿਹੜਾ ਬੰਦਾ ਗਲਤ ਬੋਲਦਾ ਤੁਸੀਂ ਉਹਦੇ ਕਮੈਂਟ ਕਰ ਸਕਦੇ ਹੋ। ਜੇਕਰ ਤੁਸੀਂ ਮੀਡੀਆ ਤੇ ਕਰੋਗੇ ਤਾਂ ਮੀਡੀਆ ਸੱਚਾਈ ਦਿਖਾਉਣ ਤੋਂ ਫਿਰ ਕਿਤੇ ਨਾ ਕਿਤੇ ਪਾਸੇ ਵੱਲ ਜਾਊ। ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ। ਜਿਹੜਾ ਤੁਹਾਡੇ ਨਾਲ ਮੈਂ ਕਿ ਤੁਸੀਂ ਦੱਸ ਰਹੇ ਹੋ ਕਿ ਲੋਕ ਕਮੈਂਟ ਕਰਦੇ ਆ, ਤੁਸੀਂ ਉਹਨਾਂ ਲੋਕਾਂ ਦੇ ਕਮੈਂਟ ਕਰੋ, ਉਹਨਾਂ ਜਥੇਬੰਦੀਆਂ ਦੇ ਕਮੈਂਟ ਕਰੋ ਜਿਹੜੀਆਂ ਗਲਤ ਪਾਸੇ ਜਾਂਦੀਆਂ ਨੇ। ਸਾਨੂੰ ਮੋੜਨੇ ਪੈਣਗੇ। ਅੱਜ ਜੇ ਜਥੇਬੰਦੀਆਂ ਇਕੱਠੀਆਂ ਨੇ ਬਾਈ ਜੀ, ਇਹ ਲੋਕਾਂ ਦੇ ਏਕੇ ਕਰਕੇ ਇਕੱਠੀਆਂ ਨੇ। ਜੇ ਲੋਕ ਇਕੱਠਿਆ ਤਾਂ ਇਕੱਠੀਆਂ ਨੇ, ਨਹੀਂ ਨਿੱਜੀ ਮਫਾਦਾ ਕਰਕੇ ਅੱਜ ਨੂੰ ਖਿੰਡ ਜਾਂਦੀਆਂ। ਰੁਪਿੰਦਰ ਜੀ, ਤੁਸੀਂ 2 ਗੱਲਾਂ ਕਰੀਆਂ ਵੀ ਜੇ ਇਹ ਬਿੱਲ ਰੱਦ ਵੀ ਹੁੰਦੇ ਆ MSP ਤਾਂ ਵੀ ਟੁੱਟੂਗੀ, MSP ਦਾ ਨਹੀਂ ਹੋਣਾ। ਤੇ ਦੂਸਰੀ ਤੁਸੀਂ ਗੱਲ ਕੀਤੀ ਹੈ ਵੀ ਬਗਰਾੜੀ ਵਾਲਾ ਸੀਨ ਨਾ ਬਣ ਜੇ ਜਾਂ ਉਹ ਚੀਜ਼ ਨਾ ਹੋ ਜੇ। ਜਿਹੜੇ ਕਿਸਾਨ ਆਗੂ ਨੇ, ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਜਾਂ ਹੋਰ ਕਿਸੇ ਨਾਲ, ਜਿਵੇਂ ਲੱਖਾ ਸਿੰਘ ਸਿਧਾਣਾ ਜਾਂ ਕੋਈ ਵੀ ਹੋਰ ਆ ਜੋ ਸਟੇਜ ਦੇ ਅੱਗੇ ਆ ਜਾਂ ਯੂਥ ਦੇ ਆਈਕਨ ਨੇ ਮੂਹਰੇ ਲੱਗੇ ਹੋਏ ਨੇ ਯੂਥ ਦੇ, ਵੀ ਉਹਨਾਂ ਨਾਲ ਗੱਲ ਹੋਈ? ਆਪਾਂ ਨੂੰ ਇਹ ਚਾਹੇ ਉਹ ਜਾਗਰੂਕ ਹੋਣ ਹੀ ਇਹ ਗੱਲਾਂ ਤੋਂ, ਪਰ ਫਿਰ ਵੀ ਜਦੋਂ ਤੁਸੀਂ ਗੱਲ ਕਰੋਗੇ 4 ਬੰਦੇ ਹੋਰ ਕਰਨਗੇ ਵੀ ਹਾਂ ਵੀ ਇਹ ਗੱਲ ਲੋਕਾਂ 'ਚ ਆਉਣ ਲੱਗ ਗਈ ਵੀ ਆਪਾਂ ਨੂੰ ਕਿਤੇ ਨਾ ਕਿਤੇ ਇਹ ਤੋਂ ਗਰੇਜ ਕਰਨਾ ਚਾਹੀਦਾ, ਆਪਾਂ ਨੂੰ ਸਿਸਟਮ ਨੂੰ ਸੰਭਾਲਣਾ ਚਾਹੀਦਾ, ਸਟੇਜਾਂ ਨੂੰ ਸੰਭਾਲਣਾ ਚਾਹੀਦਾ ਹੈ। ਬਿਲਕੁਲ ਬਾਈ ਜੀ, ਡਿਸਪਲਿਨ ਦੀ ਲੋੜ ਆ। ਜਿਹੜੀ ਤੁਸੀਂ ਗੱਲ ਕਰੋ MSP ਕੀ ਆ ਖਤਮ ਹੋਊ, MSP ਨਹੀਂ ਖਤਮ ਹੁੰਦੀ। MSP ਇਹ ਰੱਖ ਵੀ ਲੈਣਗੇ, ਪਰ ਮੈਂ ਕਹਿੰਦਾ MSP ਅੱਜ 22 ਫਸਲਾਂ ਦੀ ਹੈਗੀ ਆ, ਖਰੀਦੀਆਂ ਕਿੰਨੀਆਂ ਜਾ ਰਹੀਆਂ ਜਦੋਂ ਸਰਕਾਰ ਨੂੰ ਜ਼ਰੂਰਤ ਨਾ ਰਹੀ। ਅਸੀਂ ਕਿ ਕਾਨੂੰਨ ਬਣਾਉਣ ਨੂੰ ਫਿਰਦੇ ਆ ਕਿ ਸਾਡਾ ਕੀ ਆ ਮਿਨੀਮਮ ਆਹ ਪ੍ਰਾਈਸ ਤੋਂ ਘੱਟ ਜੇ ਕੋਈ ਖਰੀਦਣ ਨੂੰ ਸਜ਼ਾ ਰੱਖੀ ਜਾਵੇ। ਉਹ ਪ੍ਰਾਈਵੇਟ ਪਲੇਅਰ ਖਾਤਰ ਜਾਂ ਕਾਰਪੋਰੇਟ ਘਰਾਣਿਆਂ ਖਾਤਰ ਕਹਿ ਰਹੇ ਆ ਅਸੀਂ। ਪਰ ਕਾਰਪੋਰੇਟ ਘਰਾਣੇ ਕਿਉਂ ਖਰੀਦਣਗੇ? ਸਾਨੂੰ ਇਹ ਪਤਾ ਕਿ ਆਸਟ੍ਰੇਲੀਆ ਤੋਂ ਬਿਨਾਂ ਜ਼ਹਿਰ ਵਾਲੀ ਕਣਕ ਇੱਥੇ 1500 ਨੂੰ ਕੀ ਆ ਪਹੁੰਚ ਕਰ ਰਹੇ ਆ। ਤਾਂ ਸਾਨੂੰ ਵੀ ਕਿਤੇ ਨਾ ਕਿਤੇ ਕੀ ਆ ਖੇਤੀ ਵਿਭਿੰਨਤਾ ਬਾਰੇ ਸੋਚਣਾ ਪਊ। ਕਿਸਾਨ ਅੱਜ ਇਕੱਠੇ ਹੋਏ ਆ, ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਉਹ 'ਚ ਸਿਆਣੇ ਆਗੂ ਬਹੁਤ ਨੇ। ਉਹਨਾਂ ਨੂੰ ਲੋੜ ਅੱਜ ਕੀ ਆ 20 ਸਾਲ ਅਗਲਾ ਕੀ ਆ ਪੱਖ ਦੇਖ ਕੇ ਚੱਲਣ, ਕੋਈ ਸਾਲ 2 ਸਾਲ ਦੀ ਨੀਤੀ ਨਹੀਂ। ਇਹ ਸਾਨੂੰ ਕੀ ਆ ਜੇ ਆਪਣੇ ਪੁੱਤ ਪੋਤਿਆਂ ਵਾਸਤੇ ਸੋਚਣਾ, ਕਿਉਂਕਿ ਸਾਨੂੰ ਸਾਡੇ ਕੀ ਆ ਬਜ਼ੁਰਗਾਂ ਨੇ ਕਿਤੇ ਨਾ ਕਿਤੇ ਕੀ ਇਹ ਪਲੇਟਫਾਰਮ ਤੇ ਲਿਆ ਕੇ ਖੜਾ ਕੀਤਾ ਜਿੱਥੇ ਅਸੀਂ ਖੜੇ ਆ। ਗ੍ਰੀਨ ਰੈਵੋਲੂਸ਼ਨ ਕੀ ਆ ਮਾੜੀ ਆ? ਸਰਦਾਰਾ ਸਿੰਘ ਜੌਲ ਨੇ ਪਹਿਲਾਂ ਕਿਹਾ ਸੀ ਵੀ ਰੈਵੋਲੂਸ਼ਨ, ਗ੍ਰੀਨ ਰੈਵੋਲੂਸ਼ਨ ਬਹੁਤ ਮਾੜੀ ਆ, ਠੀਕ ਹੈ, ਪਰ ਲੋਕ ਨਹੀਂ ਸਮਝੇ। ਲੋਕਾਂ ਨੂੰ ਕੀ ਆ ਥੋੜੇ ਸਮੇਂ ਦੀ ਆਮਦਨ ਦੀ ਸੀ, ਅੱਜ ਅਸੀਂ ਆਪਦੀ ਮਾਂ ਦੀ ਕੁੱਖ ਜ਼ਹਿਰੀਲੀ ਕਰ ਲਈ। ਮੈਂ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ, ਜਿਹੜੇ ਮਾਡਲ ਖਾਤਰ ਅਸੀਂ ਲੜ ਰਹੇ ਆ, ਤੁਸੀਂ ਮੈਨੂੰ ਇਹ ਦੱਸੋ ਵੀ ਉਹ ਮਾਡਲ ਦੇ ਵਿੱਚ ਅਸੀਂ ਪਿਛਲੇ 20 ਸਾਲਾਂ ਤੋਂ 28,000 ਕਿਸਾਨ ਗਵਾ ਚੁੱਕੇ, ਜਿਹੜਾ ਖੁਦਕੁਸ਼ੀਆਂ ਕਰ ਚੁੱਕਿਆ। 3 ਲੱਖ ਸਾਡਾ ਕੀ ਆ ਕਿਸਾਨ ਖੇਤੀਬਾੜੀ ਤੋਂ ਬਾਹਰ ਹੋ ਚੁੱਕਿਆ। 90,000 ਕਰੋੜ ਦੇ ਕਰੀਬ ਸਾਡੇ ਸਿਰ ਕਰਜ਼ਾ ਚੜ੍ਹ ਚੁੱਕਿਆ। ਕੀ ਅਸੀਂ ਇਸ ਮਾਡਲ ਤੋਂ ਸੰਤੁਸ਼ਟ ਆ? ਇਹ ਜੰਗ ਜਿੱਤਣ ਦੇ ਨਾਲ ਸਾਨੂੰ ਕੀ ਇੱਕ ਨੀਤੀ ਤਿਆਰ ਕਰਨੀ ਪਊਗੀ। ਉਹ ਕਿਸਾਨ ਜਥੇਬੰਦੀਆਂ ਮਿਲ ਕੇ ਤਿਆਰ ਕਰਨ, ਕਿਉਂਕਿ ਸਰਕਾਰਾਂ ਇਹ ਨਹੀਂ ਕਰਦੀਆਂ। ਸਰਕਾਰਾਂ ਕਾਰਪੋਰੇਟਰਾਂ ਨਾਲ ਰਲੀਆਂ ਹੋਈਆਂ ਨੇ। ਮੈਂ ਬਾਈ ਜੀ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ, ਕਿਉਂਕਿ ਮੈਂ ਇਕਨੋਮਿਕਸ ਦਾ ਸਟੂਡੈਂਟ ਆ।
ਜਿਹੜੀ ਇਹ ਨੀਤੀ ਲਿਆਂਦੀ ਗਈ ਆ ਉਹਦੇ ਬੈਕਐਂਡ ਤੇ ਕੀ ਸਾਜ਼ਿਸ਼ ਹੋ ਰਹੀ ਆ ਉਹ ਮੈਂ ਤੁਹਾਡੇ ਰਾਹੀਂ ਸਾਂਝੀ ਜ਼ਰੂਰ ਕਰਨਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਨਾਲ। ਜੀ ਜੀ। ਇੱਕ ਕਿ ਮਿਲਟਨ ਫਰੀਡਮੈਨ ਕੀ ਹੈ, ਇੱਕ ਸ਼ਿਕਾਗੋ ਦਾ ਅਰਥ ਸ਼ਾਸਤਰੀ ਹੋਇਆ, ਉਹਨੇ ਦੱਸਿਆ ਕਿ ਪੂੰਜੀਵਾਦ ਕਿਵੇਂ ਲਿਆਂਦਾ ਜਾ ਸਕਦਾ, ਕਾਰਪੋਰੇਟ ਘਰਾਣੇ ਕਿਵੇਂ ਹਾਵੀ ਹੋ ਸਕਦੇ ਆ। ਉਹਦੇ ਵਾਸਤੇ ਉਹਨੇ 3 ਪੁਆਇੰਟ ਦੱਸੇ ਆ। ਪਹਿਲਾ ਪੁਆਇੰਟ ਕੀ ਆ, ਉਹਨੇ ਇਹ ਦੱਸਿਆ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਤਾਂ ਉਹਦੇ ਕੀ ਆ, ਅਜਿਹੀ ਪਾਲਿਸੀ ਲਾਇਓ ਜਿਹੜੀ ਤੁਹਾਨੂੰ ਫਾਇਦਾ ਦੇ ਸਕਦੀ ਹੈ ਕਾਰਪੋਰੇਟ ਨੂੰ। ਠੀਕ ਹੈ, ਹੁਣ ਕੁਦਰਤੀ ਆਫਤ ਲਿਆਂਦੀ ਗਈ, ਕਿਤੇ ਨਾ ਕਿਤੇ ਲੋਕ ਸਮਝ ਵੀ ਰਹੇ ਆ ਕਿ ਜਿਹੜਾ ਕਰੋਨਾ ਗਾ ਕਿਤੇ ਨਾ ਕਿਤੇ ਇਹ ਵੀ ਜਾਣਬੁੱਝ ਕੇ ਕਾਰਪੋਰੇਟ ਘਰਾਣਿਆਂ ਦਾ ਜਾਂ ਕਿਤੇ ਨਾ ਕਿਤੇ ਵੱਡੇ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਉਹਦੀ ਉਪਜ ਆ। ਠੀਕ ਹੈ, ਉਹਦੇ ਵਿੱਚ ਕੀ ਆ, ਨੀਤੀਆਂ ਲਿਆ ਰਹੇ ਆ, ਇਹ ਨੀਤੀਆਂ ਵੀ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੋਲਿਟਿਕਸ ਨਾਲ ਵੀ ਜੁੜੀਆਂ ਹੋਈਆਂ ਨੇ। ਨੈਕਸਟ ਕੀ ਆ, ਉਹਨੇ ਦੂਸਰਾ ਢੰਗ ਕੀ ਦੱਸਿਆ ਵੀ ਜੇ ਨਹੀਂ ਕੁਦਰਤੀ ਕਰੋਪੀ ਕੋਈ ਹੈ ਤਾਂ ਜਾਣਬੁੱਝ ਕੇ ਕੋਈ ਨਾ ਕੋਈ ਕਰੋਪੀ ਪੈਦਾ ਕੀਤੀ ਜਾਵੇ। ਬਾਲਾਕੋਟ ਵਾਲੀ ਘਟਨਾ ਹੋਈ ਤਾਂ ਮੋਦੀ ਨੇ ਸਾਰਾ ਧਿਆਨ ਸਾਡਾ ਕੀ ਆ ਜੰਮੂ ਕਸ਼ਮੀਰ ਵੱਲ ਹੋ ਗਿਆ ਤੇ ਬੈਕਐਂਡ ਤੇ 5 ਸਾਡੇ 에ਅਰਪੋਰਟ ਵੇਚਤੇ, ਜਿਹੜਾ ਦਾ ਹੁਣ ਕੀ ਆ ਕਾਬਜ਼ ਹੋ ਰਿਹਾ ਸੀ, ਅਡਾਨੀ ਕੀ ਉਹਨਾਂ ਦੇ ਕਬਜ਼ੇ ਲੈ ਰਿਹਾ। ਇੱਕ ਸੋਚਣ ਵਾਲੀ ਗੱਲ ਆ ਵੀ ਪ੍ਰਾਈਵੇਟ ਪਲੇਅਰ ਕੀ ਆ, ਇੱਕ ਚੀਜ਼ ਸਾਂਭਦਾ, ਪ੍ਰਾਈਵੇਟ ਪਲੇਅਰ ਤਾਂ ਹੀ ਸਾਂਭਦਾ ਜਿਹਨੂੰ ਪ੍ਰੋਫਿਟ ਹੁੰਦਾ। ਇਹਦਾ ਮਤਲਬ ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਨਿਖੱਦਾ ਵੀ ਉਹਨੂੰ ਚਲਾਉਣ 'ਚ ਫੇਰ ਰਹੀਆਂ ਨੇ। ਤਾਂ ਸਾਨੂੰ ਸੋਚਣਾ ਚਾਹੀਦਾ ਅਸੀਂ ਪ੍ਰਾਈਵੇਟਾਈਜੇਸ਼ਨ ਕਰਕੇ ਕਿਉਂ ਉਹ ਕਰ ਰਹੇ ਆ। ਠੀਕ ਹੈ ਨਾ, ਇਹ ਆ। ਤੀਜਾ ਉਹਨਾਂ ਨੇ ਕੀ ਆ, ਇਹੀ ਦੱਸਿਆ ਫਰੀਡਮੈਨ ਨੇ ਜਿਹੜੀ ਥਿਊਰੀ ਦਿੱਤੀ ਆ, ਉਹ ਥਿਊਰੀ ਇਹ ਆ ਕਿ ਵੱਧ ਤੋਂ ਵੱਧ ਲੋਕਾਂ ਦੀ ਪੁਲਿਸ ਦੇ ਵਿੱਚ ਤੇ ਫੌਜ 'ਚ ਭਰਤੀ ਕੀਤੀ ਜਾਵੇ ਤੇ ਭਰਾ ਨਾਲ ਭਰਾ ਲੜਾਏ ਜਾਣ। ਸਾਡੇ 'ਚ ਦੋਨੇ ਚੀਜ਼ਾਂ ਕੀ ਆ, ਪਹਿਲਾਂ ਜਿਹੜੇ ਪੁਆਇੰਟ ਆ ਉਹ ਦੋਨੇ ਪਾਲਿਸੀਆਂ ਲਿਆਂਦੀਆਂ ਜਾ ਚੁੱਕੀਆਂ। ਇਹ ਜਿਹੜੀ ਪਾਲਿਸੀ ਆ ਇਹ ਉਦੋਂ ਲਿਆਂਦੀ ਗਈ ਜਦੋਂ ਕਰੋਨਾ ਕਾਲ ਸੀ। ਠੀਕ ਹੈ, ਪਹਿਲਾਂ ਆਰਡੀਨੈਂਸ ਲਿਆਂਦੇ ਗਏ, ਫਿਰ ਬਿੱਲ ਬਣਿਆ ਤਾਂ ਕਿ ਲੋਕਾਂ ਦਾ ਧਿਆਨ ਉਧਰ ਸੀ ਵੀ ਲੋਕ ਸੋਚ ਨਾ ਸਕਣ। ਪਰ ਪਹਿਲੀ ਵਾਰ ਹੋਇਆ ਬਾਈ ਜੀ ਕਿ ਪੰਜਾਬ ਨੇ ਸਾਜ਼ਿਸ਼ ਨੂੰ ਐਡਵਾਂਸ ਦੇ ਵਿੱਚ ਸਮਝ ਅੱਜ ਤੱਕ ਅਸੀਂ ਸਮਝਿਆ ਨਹੀਂ ਸੀ। 70 ਸਾਲਾਂ ਤੋਂ ਸਾਨੂੰ ਅਕਾਲੀ ਕਾਂਗਰਸੀ ਮਾਰਦੇ ਤੁਰੇ ਆਏ ਆ। ਕਿਉਂ ਮਾਰਦੇ ਤੁਰੇ ਆਏ ਸੀ? ਸਾਜ਼ਿਸ਼ਾਂ ਨਹੀਂ ਸਮਝੇ। ਪਹਿਲੀ ਵਾਰ ਹੋਇਆ ਵੀ ਕਿਸਾਨਾਂ ਨੇ, ਕਿਸਾਨ ਜਥੇਬੰਦੀਆਂ ਨੇ ਲਾ ਲਓ ਭਾਵੇਂ, ਉਹਨਾਂ ਦੇ ਆਗੂਆਂ ਨੇ ਇਹ ਸਾਜ਼ਿਸ਼ ਸਮਝੀ। ਉਹ ਕੀ ਆ, ਤਾਂ ਹੀ ਇਸੇ ਕਰਕੇ ਕੀ ਆ ਕਾਮਯਾਬ ਨਹੀਂ ਹੋ ਸਕੀ। ਜੇ ਕਾਮਯਾਬ ਕਰਨ ਦੀ ਕੋਸ਼ਿਸ਼ ਵੀ ਕਰਨਗੇ ਤੇ ਜੇ ਲੋਕ ਜਾਗਰੂਕ ਹੋ ਜਾਣ, ਮੈਂ ਕਹਿਣਾ ਇਹ ਸਾਡੇ ਬਿੱਲ ਡੱਕਾ ਨਹੀਂ ਵਿਗਾੜ ਸਕਦੇ। ਪਰ ਇੱਕ ਅਸੀਂ ਕੀ ਆ, ਨਾਲ ਦੀ ਨਾਲ ਅਸੀਂ 1.5 ਸਾਲ ਤੋਂ ਇੱਕ ਮੈਸੇਜ ਲੋਕਾਂ ਨੂੰ ਦੇ ਰਹੇ ਹਾਂ ਕਿ ਪਿੰਡ ਦੇ ਬਾਦਲ ਕੈਪਟਨ ਮਾਰ ਕੇ ਅਸੀਂ ਬਾਦਲ ਕੈਪਟਨ ਵੀ ਮਾਰ ਸਕਦੇ ਹਾਂ। ਤੇ ਮੋਦੀ ਵਾਸਤੇ ਸਾਨੂੰ ਪਿੰਡ ਦੀ ਕੀ ਆ, ਸਾਡੇ ਪੰਜਾਬ 'ਚੋਂ ਬੀਜੇਪੀ ਦੀਆਂ ਜੜ੍ਹਾਂ ਪੱਟਣੀਆਂ ਪੈਣਗੀਆਂ। ਇਹਨਾਂ ਨੇ ਘਰ ਘੇਰੇ ਸੀ, ਬੜਾ ਵਧੀਆ ਸਟੈਪ ਸੀ। ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਆ। ਸਾਡੇ ਨੌਜਵਾਨ ਭਰਾਵਾਂ ਕੋਲੇ ਕਈ ਕੀ ਆ ਮਨ 'ਚ ਬਲਬਲੇ ਹੈਗੇ, ਅਸੀਂ ਸਾਂਝੇ ਕਰਦੇ ਵੀ ਰਹਿੰਦੇ ਆ। ਪਰ ਕਈ ਗੱਲਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ, ਸਾਨੂੰ ਬੱਚਾ ਸਮਝਿਆ ਜਾਂਦਾ। ਪਰ ਕੁਝ ਗੱਲਾਂ ਕੀ ਅਸੀਂ ਵੀ ਜਿੰਨਾ ਕਮਾ ਕੇ ਪੜ੍ਹਦੇ ਆ, ਕਿਉਂਕਿ ਅਸੀਂ ਲਿਟਰੇਚਰ ਵੀ ਪੜ੍ਹਦੇ ਆ, ਮੈਨੂੰ ਸ਼ੌਂਕ ਆ। ਸਾਡੇ ਹੋਰ ਭਰਾ ਬੜੇ ਪੜ੍ਹਦੇ ਆ, ਪ੍ਰਿੰਸੀਪਲ ਸਾਹਿਬ ਖੜੇ ਆ, ਬਾਈ ਚਰਨਜੀਤ ਜੀ, ਅਸੀਂ ਸਾਰਿਆਂ ਨੂੰ ਕੀ ਆ ਸ਼ੌਂਕ ਆ। ਅਸੀਂ ਇੰਟਰਨੈਸ਼ਨਲ ਪੋਲਿਟਿਕਸ ਵੀ ਸਮਝਦੇ ਆ, ਨੈਸ਼ਨਲ ਪੋਲਿਟਿਕਸ ਵੀ ਸਮਝਦੇ ਆ, ਪਰ ਸਾਨੂੰ ਸਭ ਤੋਂ ਪਹਿਲਾਂ ਸਟੇਟ ਪੋਲਿਟਿਕਸ ਸਮਝਣੀ ਪਊ। ਇੱਥੋਂ ਇਹ ਲੜਾਈ ਲੜਨ ਤੋਂ ਬਾਅਦ ਸਾਨੂੰ ਘਰ ਜਾ ਕੇ ਇੱਕ ਲੜਾਈ ਲੜਨੀ ਪੈਣੀ ਆ ਜੇ ਕਿਸਾਨੀ ਬਚਾਉਣੀ ਆ। ਨਹੀਂ ਇੱਥੋਂ ਬਿੱਲ ਵਾਪਸ ਕਰਾ ਕੇ ਬੇਸ਼ੱਕ ਚਲੇ ਜਾਈਏ, 2022 ਤੋਂ ਬਾਅਦ ਕਿਸਾਨ ਦੀ ਬਰਬਾਦੀ ਤੈਅ ਆ। ਤਾਂ ਸਾਨੂੰ ਖੇਤੀ ਨੀਤੀ ਘੜਨੀ ਪਊਗੀ। ਉਹਦੇ ਵਾਸਤੇ ਅਸੀਂ ਕੀ ਆ, ਜਿਹੜੇ ਪਿੰਡਾਂ ਦੇ ਕੈਪਟਨ ਬਾਦਲ ਮਾਰਨ ਵਾਸਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ, ਤੁਸੀਂ ਲੋਕ ਅਧਿਕਾਰ ਲਹਿਰ ਦੇ ਪੇਜ ਦੇ ਉੱਪਰ ਜਾ ਕੇ ਸਾਡੇ ਕੰਟੈਕਟ ਨੰਬਰ ਲੈ ਕੇ ਸਾਨੂੰ ਪਿੰਡਾਂ 'ਚ ਸੱਦਾ ਦਿਓ। ਉੱਥੇ ਜਾ ਕੇ ਅਸੀਂ ਕੀ ਆ, ਕੋਈ ਸਾਡਾ ਝੰਡਾ ਨਹੀਂ ਹੈ, ਕੋਈ ਸਾਡੀ ਸਿਆਸੀ ਪਾਰਟੀ ਨਹੀਂ। ਅਸੀਂ ਲੋਕਾਂ ਨੂੰ ਜਾ ਕੇ ਕੀ ਆ ਸਮਝ ਦੇਣੀ ਚਾਹੁੰਦੇ ਆ ਕਿ ਜਿੰਨਾ ਚਿਰ ਅਸੀਂ ਸਿਆਸਤਾਂ ਨਹੀਂ ਸਮਝਦੇ। ਹੁਣ ਕਿਸਾਨ ਜਥੇਬੰਦੀਆਂ ਸਾਨੂੰ ਇੱਕੋ ਗੱਲ ਕਹਿੰਦੀਆਂ ਕਿ ਅਸੀਂ ਕੋਈ ਵੀ ਸਿਆਸੀ ਗੱਲ ਨਹੀਂ ਕਰਨ ਦਿੰਦੇ। ਮੈਂ ਮੰਨਦਾ ਸਿਆਸੀ ਗੱਲ, ਪਰ ਸਾਨੂੰ ਕਰਨੀ ਪਊ ਕਿਉਂਕਿ ਸਾਨੂੰ ਮਾਰਦੀ ਸਿਆਸਤ ਆ। ਸਾਨੂੰ ਸਿਆਸਤਾਂ ਸਮਝਣੀਆਂ ਪੈਣਗੀਆਂ। ਲੱਖਾ ਸਿਧਾਣਾ ਲਾ ਲਓ, ਠੀਕ ਹੈ, ਜਾਂ ਆਪਣਾ ਬਾਈ ਦੂਸਰਾ ਜਿਹੜੇ ਦੀਪ ਸਿੱਧੂ ਵਰਗੇ ਹੋ ਗਏ, ਉਹ ਲੋਕਾਂ ਨੂੰ ਇੱਕ ਸਿਆਸੀ ਸਮਝ ਦੇ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਜਿੱਥੇ ਤੁਹਾਨੂੰ ਉਹ ਗਲਤ ਲੱਗਦੇ ਆ, ਮੈਂ ਕਹਿੰਦਾ ਵੀ ਲੋਕ ਬੈਠੇ ਆ, ਲੋਕ ਬਾਈ ਜੀ ਮੈਂ ਜਿੱਥੇ ਗਲਤ ਬੋਲਦਾ, ਮੈਂ ਤੁਹਾਨੂੰ ਵੀ ਬੇਨਤੀ ਕਰਦਾ ਬਾਈ ਜੀ, ਇਸ ਜਿਹੜੇ ਕੀ ਆ ਬਾਈ ਜੀ ਕੀ ਆ ਇਹ ਪੋਸਟ ਜੇ ਪਊ ਤਾਂ ਉਹਦੇ ਥੱਲੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੇਰੀਆਂ ਗਲਤੀਆਂ ਮੈਨੂੰ ਦੱਸੋ, ਜਿੱਥੇ ਵੀ ਮੈਂ ਗਲਤ ਆ ਤਾਂ ਬਿਲਕੁਲ ਜੀ। ਪਰ ਮੈਂ ਇੱਕ ਹੋਰ ਬੇਨਤੀ ਕਰਦਾ, ਜਿਵੇਂ ਬਾਈ ਜੀ ਪਹਿਲਾਂ ਦੱਸ ਰਹੇ ਸੀ, ਕੱਲ ਇੱਕ ਇੰਟਰਵਿਊ ਕੀਤੀ ਕਿਸਾਨ ਜਥੇਬੰਦੀ ਦੇ ਆਗੂ ਦੀ, ਤੇ ਲੋਕਾਂ ਨੇ ਥੱਲੇ ਕੀ ਆ ਇਹਨਾਂ ਨੂੰ ਮਾੜਾ ਕਹਿਣਾ ਸ਼ੁਰੂ ਕਰਤਾ। ਤਾਂ ਫਿਰ ਲੋਕ ਨੂੰ ਸਾਰੇ ਪੱਖ ਨਹੀਂ ਦਿਖਾਏ ਜਾ ਸਕਦੇ। ਜੇ ਸਾਰੇ ਪੱਖ ਦੇਖਣੇ ਆ ਤਾਂ ਜਿਹੜੇ ਬੰਦੇ ਦੀ ਗੱਲ ਕੀ ਆ ਕੀਤੀ ਜਾ ਰਹੀ ਆ, ਮੇਰੀ ਗੱਲ ਆ, ਜੇ ਮੈਂ ਦੋਸ਼ੀ ਆ ਤਾਂ ਮੈਨੂੰ ਕਹੋ, ਡਾਇਰੈਕਟ ਤੁਸੀਂ ਕਹੋ ਜਿੱਥੇ ਮੈਂ ਗਲਤ ਆ। ਇਸ ਕਰਕੇ ਬੇਨਤੀ ਕਰਦਾ ਕਿ ਲੋਕ ਸਿਆਸਤਾਂ ਸਮਝਣ, ਪੰਜਾਬ ਦਾ ਯੂਥ ਸਮਝੇ। ਪਹਿਲੀ ਵਾਰ ਯੂਥ ਉੱਠ ਕੇ ਖੜਾ ਹੋਇਆ ਤੇ ਮੈਂ ਕਹਿੰਦਾ ਜੰਗ ਅਸੀਂ ਜਿੱਤ ਚੁੱਕੇ ਹਾਂ ਬਾਈ ਜੀ, ਜਿਹੜੀ ਅੱਜ ਅਸੀਂ ਲੜਨ ਖਾਤਰ ਆਏ ਹਾਂ। ਮੈਂ ਬਾਈ ਇੱਕ ਹੋਰ ਸਵਾਲ, ਜਿਵੇਂ ਤੁਸੀਂ ਗੱਲ ਕਰੀ ਆ, ਦੀਪ ਸਿੱਧੂ ਵੀ ਇਦਾਂ ਹੀ ਗੱਲਾਂ ਕਰਦਾਗਾ, ਪਰ ਸਟੇਜ ਤੇ ਮਨਾ ਕਰ ਦਿੱਤਾ ਬੋਲਣ ਤੋਂ। ਜਿਹੜਾ ਉਹ ਤਾਲਮੇਲ ਆ ਜਾਂ ਗੱਲ ਆਪਾਂ ਸਮਝਾ ਨਹੀਂ ਪਾ ਰਹੇ ਵੱਡਿਆਂ ਨੂੰ, ਬਜ਼ੁਰਗਾਂ ਨੂੰ, ਆਪਣੇ ਜਿਹੜੇ ਜਥੇਬੰਦੀਆਂ ਦੇ ਨੁਮਾਇੰਦੇ ਆ, ਉਹ ਘਾਟ ਕਿੱਥੇ? ਜਿਹੜੀ ਅੰਡਰਸਟੈਂਡਿੰਗ ਹੋ ਰਹੀ ਆ ਜਾਂ ਮਿਸ ਅੰਡਰਸਟੈਂਡਿੰਗ ਬੜੀ ਵੱਡੀ ਕ੍ਰੀਏਟ ਹੋ ਰਹੀ ਆ, ਫਿਰ ਇਦਾਂ ਦੀਆਂ ਗੱਲਾਂ ਉੱਠ ਰਹੀਆਂ। ਕਿਉਂਕਿ ਇਹ ਗੱਲਾਂ ਜੇ ਹੁੰਦੀਆਂ ਰਹਿਣਗੀਆਂ ਫਿਰ ਤਾਂ ਇਹ ਮੋਰਚੇ ਕਾਮਯਾਬ ਹੀ ਨਹੀਂ ਹੋਣਗੇ। ਬਿਲਕੁਲ ਬਾਈ ਜੀ, ਮੈਂ ਕਿਸਾਨ ਜਥੇਬੰਦੀਆਂ ਦੇ ਆਗੂਆਂ 'ਚ ਕਿਤੇ ਨਾ ਕਿਤੇ ਬਾਈ ਜੀ ਮੈਂ ਸਪਸ਼ਟ ਤੌਰ ਤੇ ਕਹਿਣਾ ਵੀ ਕੁਝ ਬੰਦਿਆਂ ਦੇ ਵਿੱਚ ਮੈਂ ਹੈਗੀ ਕਿਸਾਨ ਆਗੂਆਂ ਦੇ ਵਿੱਚ। ਉਹ ਕਹਿੰਦੇ ਆ ਕਿ ਮੈਂ ਹੀ ਸਿਆਣਾ। ਮੈਂ ਕਹਿਣਾ ਵੀ ਮੈਂ ਕੀ ਆ, ਜੇ ਮੈਂ ਕਹਾਂ ਮੈਂ ਸਿਆਣਾ, ਮੇਰੀ ਉਮਰ ਅਜੇ ਕੁਝ ਨਹੀਂ। ਮੈਂ ਕਹਿਣਾ ਸਾਨੂੰ ਪਿੰਡ ਦਾ ਇੱਕ ਜਵਾਕ ਵੀ ਕੀ ਆ ਬਹੁਤ ਕੁਝ ਸਿਖਾਉਂਦਾ ਸੀ, ਲੋਕਾਂ 'ਚ ਰੋਜ਼ ਵਿਚਰਦੇ ਆ, ਰੋਜ਼ ਨਵੀਂ ਚੀਜ਼ ਸਿੱਖਦੇ ਆ। ਅਸੀਂ ਬਹੁਤ ਥਾਵਾਂ ਤੇ ਗਲਤ ਹੁੰਨੇ ਆ। ਤਾਂ ਕਿਸਾਨ ਜਥੇਬੰਦੀਆਂ ਨੂੰ ਕਿਤੇ ਨਾ ਕਿਤੇ ਆਪਦੀ ਸੋਚ ਨੂੰ ਸੌੜੀ ਕਰਨਾ ਪਊ, ਠੀਕ ਹੈ ਨਾ, ਖੁੱਲੀ ਕਰਨਾ ਪਊ ਸੌਰੀ ਸੋਚ ਨੂੰ।
ਉਹਨੂੰ ਕੀ ਆ ਲੋਕਾਂ ਨੇ ਕੀ ਆ ਸੁਣ, ਜਿੱਥੇ ਗਲਤ ਆ ਜਿਵੇਂ ਕੱਲ ਫੈਸਲਾ ਕੀਤਾ ਵੀ ਜੇ ਕੋਈ ਗਲਤ ਸਟੇਜ ਤੋਂ ਬੋਲਦਾ ਨਾਲ ਦੀ ਨਾਲ ਉਹਨੂੰ ਕੀ ਆ ਸਟੇਜ ਦੇ ਉੱਪਰ ਹੀ ਖੰਡਨ ਕੀਤਾ ਜਾਊ। ਇਹ ਸਹੀ ਗੱਲ ਆ, ਸਟੇਜ ਤੋਂ ਖੰਡਨ ਕਰੋ। ਜੇ ਲੋਕ ਉਹਨਾਂ ਦੀ ਗੱਲ ਐਕਸੈਪਟ ਕਰਨਗੇ ਪਹਿਲਾਂ ਕਿ ਜਿਵੇਂ ਕੱਲ ਮੰਨ ਲਓ ਕੀ ਆ ਇੱਥੇ ਲੱਖਾ ਸਿਧਾਣਾ ਬੋਲਿਆ, ਤਾਂ ਜੇ ਉਹਦੀ ਗੱਲ 'ਚ ਦਮ ਹੋਇਆ ਤਾਂ ਲੋਕ ਉਹਨੂੰ ਐਕਸੈਪਟ ਕਰਨਗੇ। ਜੇ ਤੁਹਾਡੇ ਕੋਲੇ ਦਲੀਲ ਹੋਈ, ਤੁਸੀਂ ਦਲੀਲ ਨਾਲ ਉਹਨੂੰ ਕੀ ਆ ਉਹ ਕਰੋ, ਤਾਂ ਲੋਕ ਤੁਹਾਡੀ ਐਕਸੈਪਟ ਕਰਨਗੇ। ਵਿਚਾਰ ਚਰਚਾ ਹੋਣੀ ਚਾਹੀਦੀ ਆ। ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਬਾਈ ਜੀ ਵਿਚਾਰ ਚਰਚਾਵਾਂ ਕੀਤੀਆਂ ਸੀ, ਫਿਰ ਉਹ ਜੋ ਸਾਂਝੇ ਅਮਲ ਕੱਢ ਕੇ ਸਾਡੀ ਕੀ ਆ ਗੁਰਬਾਣੀ ਬਣੀ ਆ। ਠੀਕ ਹੈ ਨਾ, ਵਿਚਾਰ ਚਰਚਾ ਹੁੰਦੀ ਸੀ, ਸਿੱਧਾ ਨਾਲ ਗੋਸ਼ਟੀਆਂ ਹੋਈਆਂ ਨੇ, ਉਹ ਵੀ ਵਿਚਾਰ ਚਰਚਾ ਹੋਈ ਆ, ਕੋਈ ਲੈਕਚਰਬਾਜ਼ੀ ਨਹੀਂ ਹੁੰਦੀ ਸੀ। ਕਿਉਂਕਿ ਵਿਚਾਰਾਂ ਕੀ ਆ, ਕਰਾਂਗੇ ਗੱਲ ਤਾਂ ਮਿਲੂਗਾ ਹੱਲ। ਜੇ ਅਸੀਂ ਗੱਲ ਹੀ ਨਹੀਂ ਸੁਣਨੀ ਤੇ ਆਪਦੀ ਥੋਪਣੀ ਆ, ਕੱਲਾ ਅਸੀਂ ਖੇਤੀ ਬਿੱਲਾਂ ਨੂੰ ਮਾੜਾ ਮੋਦੀ ਮਾੜਾ ਗੱਲ ਕਰਕੇ ਨਹੀਂ, ਸਾਨੂੰ ਬਿਜਲੀ ਗੱਲ ਸਮਝਣੀ ਪਊ। ਸਾਨੂੰ ਬਿੱਲ ਮਾਰਨਗੇ ਕਿਵੇਂ, ਇਹ ਗੱਲ ਸਟੇਜਾਂ ਤੋਂ ਕਿੰਨੀ ਕੁ ਹੁੰਦੀ ਆ, ਇਹ ਗੱਲ ਲੋਕਾਂ ਨੂੰ ਸਮਝਾਉਣੀ ਪਊ। ਸਾਡੇ ਜੀ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਆ ਕੇ ਕੀ ਆ 80 ਸਾਲਾ ਬਾਬੇ ਨੂੰ ਪੁੱਛ ਲੈਂਦੇ ਹੋ, ਠੀਕ ਹੈ, ਵੀ ਦੱਸੋ ਜੀ ਬਿੱਲ ਕੀ, ਉਹ ਨਹੀਂ ਦੱਸ ਸਕਦਾ। ਮੈਂ ਕਹਿਣਾ ਬਾਈ ਜੀ ਦੱਸ ਸਕਦਾ। ਤੁਸੀਂ ਸੌਖੀ ਭਾਸ਼ਾ ਦੇ ਵਿੱਚ ਲੋਕਾਂ ਦੇ ਦਿਮਾਗ 'ਚ ਗੱਲ ਬਾੜੋ, ਉਹ ਬੜੂਗੀ। ਪਰ ਅੱਜ ਤੱਕ ਉਹ ਗੱਲਾਂ ਤੋਂ ਕਿਤੇ ਨਾ ਕਿਤੇ ਮੈਂ ਕਿਸਾਨੀ ਜਥੇਬੰਦੀਆਂ ਦੇ ਮੈਂ ਕਿ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਕਿ ਸੌਖੀ ਭਾਸ਼ਾ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾਉਣਾ ਪਊ। ਹੁਣ ਬੱਚੇ ਨੂੰ ਸਮਝਾਉਣਾ, ਤੁਹਾਨੂੰ ਬੱਚੇ ਦੇ ਲੈਵਲ ਤੇ ਜਾਣਾ ਪੈਂਦਾ। ਇੱਕ ਕਾਲਜ ਦੇ ਸਟੂਡੈਂਟ ਨੂੰ ਪੜਾਉਣਾ, ਉਹਦਾ ਲੈਵਲ ਹੋਰ ਹੁੰਦਾ। ਤਾਂ ਸਾਨੂੰ ਅਲੱਗ-ਅਲੱਗ ਲੈਵਲ ਤੇ ਲੋਕਾਂ ਨਾਲ ਗੱਲਾਂ ਸਟੇਜਾਂ ਤੋਂ ਕਰਨੀਆਂ ਪੈਣਗੀਆਂ, ਤਾਂ ਕਿ ਸਾਡਾ 80 ਸਾਲਾ ਬਾਪੂ ਵੀ ਜਾਣਦਾ ਹੋਵੇ ਤੇ ਸਾਡਾ 10 ਸਾਲ ਦਾ ਪੁੱਤ ਘਰੇ ਬੈਠਾ ਵੀ ਜਾਣਦਾ ਹੋਵੇ ਸਾਨੂੰ ਕਾਨੂੰਨ ਕਿਵੇਂ ਮਾਰਨਗੇ। ਪੰਜਾਬ ਫੇਰ ਬਚੂ। ਇਸ ਇਨਕਲਾਬ ਦੇ ਵਿੱਚ ਮੈਂ ਕਹਿਣਾ 10 ਸਾਲਾ ਬੱਚੇ ਤੋਂ ਲੈ ਕੇ ਮੈਂ ਕਹਿਣਾ ਹਰੇਕ ਬਜ਼ੁਰਗ ਨੂੰ ਸ਼ਾਮਲ ਕਰਨ ਦੇ ਲੋੜ ਆ, ਤੇ ਉਸ ਲੋੜ ਦੇ ਲਈ ਉਹਨਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਆ ਕਿ ਸਾਨੂੰ ਬਿੱਲ ਮਾਰਨਗੇ ਕਿਵੇਂ। ਤੇ ਜਿਹੜੀ ਸਾਡੀ ਕੀ ਆ ਸਿਆਸਤ ਹੈਗੀ ਆ, ਅਸੀਂ ਬਈ ਥੋੜੇ ਸਮੇਂ ਤੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਦਾ ਵੀ ਲੋਕ ਅਧਿਕਾਰ ਲਹਿਰ ਦੇ ਕਿ ਅਸੀਂ ਪੇਜ ਦੇ ਉੱਪਰੋਂ ਵੀ 1947 ਤੋਂ ਲੈ ਕੇ 2020 ਤੱਕ ਦੀ ਕੀ ਆ ਸਿਆਸਤ ਦੇ ਕੀ ਆ ਇੱਕ ਐਪੀਸੋਡ ਬਣਾ ਕੇ ਕੀ ਲੋਕਾਂ ਦੇ ਵਿੱਚ ਰੱਖਾਂਗੇ, ਤਾਂ ਕਿ ਲੋਕ ਸਿਆਸਤ ਸਮਝਣ। ਸਾਨੂੰ ਮਾਰਿਆ ਕਿਵੇਂ ਗਿਆ, ਅੱਜ ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਹੋਇਆ ਕਿ ਲੋਕ ਸਾਜ਼ਿਸ਼ ਨੂੰ ਪਹਿਲਾਂ ਸਮਝੇ ਆ। ਨੀਤੀ ਮਾੜੀ ਨਹੀਂ ਲਿਆਂਦੀ ਗਈ, ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ, ਪਿੱਛੇ ਨੀਅਤ ਬਹੁਤ ਮਾੜੀ ਆ, ਅਸੀਂ ਨੀਅਤ ਸਮਝ ਗਏ। ਅੱਜ ਤੱਕ ਸਾਡੇ 'ਚ ਨੀਤੀਆਂ ਜਿਹੜੀਆਂ ਲਿਆਂਦੀਆਂ ਗਈਆਂ ਨੇ, ਅਸੀਂ ਨੀਤੀਆਂ ਚੰਗੀਆਂ ਦੇਖ ਲੈਂਦੇ ਸੀ, ਨੀਅਤ ਨਹੀਂ ਪਰਖਦੇ ਸੀ। ਅੱਜ ਪਹਿਲੀ ਵਾਰੀ ਪੰਜਾਬ ਨੇ ਨੀਅਤ ਪਰਖੀ ਆ ਤੇ ਸਾਰਥਕ ਸਿੱਟੇ ਆਉਣਗੇ। ਬਿੱਲ ਵਾਪਸ ਹੋਣਗੇ। ਬਿੱਲ ਵਾਪਸ, ਮੈਂ ਪਹਿਲਾਂ ਵੀ ਜਿਵੇਂ ਗੱਲ ਕੀ ਆ ਵੀ ਬਿੱਲ ਵਾਪਸ ਹੋਣਗੇ, ਫਿਰ ਵੀ ਇੱਕ ਜੰਗ ਵਾਸਤੇ ਤਿਆਰ ਰਹਿਣ। ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ, ਤੁਹਾਡੇ ਪਿੰਡਾਂ 'ਚ ਆਵਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਦੋਂ ਮਰਜ਼ੀ ਸੁਨੇਹਾ ਦਿਓ। ਸਾਡੇ ਕੰਟੈਕਟ ਨੰਬਰ ਪੇਜ ਉੱਪਰ ਜਾ ਕੇ ਤੁਸੀਂ ਲੈ ਸਕਦੇ ਹੋ, ਪੇਜਾਂ ਦੇ ਉੱਪਰ ਹੈਗੇ, ਲੋਕ ਅਧਿਕਾਰ ਲਹਿਰ ਦੇ ਪੇਜ ਦੇ ਉੱਪਰ। ਬਾਈ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਧੰਨਵਾਦ ਬਾਈ ਜੀ। ਸੋ ਦੋਸਤੋ, ਇਹ ਸੀ ਬਾਈ ਰੁਪਿੰਦਰਜੀਤ ਸਿੰਘ ਬਠਿੰਡੇ ਤੋਂ, ਜੋ ਇੱਕ ਮਿਸ਼ਨ ਚਲਾ ਰਹੇ ਨੇ। ਇਹਨਾਂ ਦੀਆਂ ਗੱਲਾਂ ਨੂੰ ਵੀ ਸਮਝਣਾ ਚਾਹੀਦਾ ਹੈਗਾ, ਕਿਉਂਕਿ ਜੇ ਇਹ ਗੱਲਾਂ ਵੀ ਸਾਹਮਣੇ ਆਉਣਗੀਆਂ, ਮੀਡੀਆ ਦੇ ਸਾਹਮਣੇ ਆਉਣਗੀਆਂ, ਲੋਕਾਂ ਦੇ ਸਾਹਮਣੇ ਆਉਣਗੀਆਂ, ਫਿਰ ਵੀ ਏਕਾ ਬਣੂਗਾ। ਕਿਉਂਕਿ ਜਦੋਂ ਆਪਾਂ ਵਾਰਤਾਲਾਪ ਕਰਦੇ ਹਾਂ, ਉਦੋਂ ਵੀ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਆਈਆਂ। ਹਰ ਇੱਕ ਚੀਜ਼ ਨੂੰ ਤੁਸੀਂ ਪੋਜ਼ਿਟਿਵ ਲਿਆ ਕਰੋ, ਪੋਜ਼ਿਟਿਵ ਤਰੀਕੇ ਨਾਲ ਦੇਖਿਆ ਕਰੋ। ਹਾਂ, ਜਿਹੜੀ ਨੈਗੇਟਿਵ ਆ ਉਹਦੀ ਤੁਸੀਂ ਖੰਡਨ ਵੀ ਕਰ ਸਕਦੇ ਹੋ। ਅੱਗੇ ਵੀ ਅਸੀਂ ਇਹੋ ਜਿਹੀਆਂ ਮੁਲਾਕਾਤਾਂ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।